सो प्यारी साध संगत, आप जी ने पवित्र हुक्मनामा सरवण किया है। सो आओ प्यार दे नाल हुण भगत रविदास जी का जो अगला शब्द है उस शब्द की आपां ने विचार करनी है। अज का शब्द आसा राग विच सतगुरु जी के पावन अंग 487 ते सुभाएमान है। उच्चारण करो एक बारी, सतनाम श्री वाहिगुरु। माटी को पुतरा कैसे नचत है, देखे देखे सुने बोले दौड़ो फिरत है। रहो जब कछ पावे तब गर्व करत है, माया गई तब रोवन लगत है। मन बच क्रम रस कसे निभाना, मन बच क्रम रस कसे निभाना। बिनस गया जाए कहूँ समाना, कह रविदास बाजी जग भाई। बाजीगर सो मोहे प्रीत बन आई। पवित्र वचनां दे राही धन धन भगत जी, भगत रविदास जी जो सानू इस पवित्र वचनां दे राही उपदेश बख्शिश करते हैं। बड़े प्यार दे नाल सरवण करिए। उच्चारण करो एक बारी, सतनाम श्री वाहिगुरु। माटी को पुतरा कैसे नचत है। भगत रविदास जी कहते हैं, कहते देखो मिट्टी का पुतला किवें नच रहा है, माया के मोह विच फसिया होया। किवें माया नचा रही है इसनूं। माटी को पुतरा कैसे नचत है। कहते देखो मनुखा जन्म प्राप्त करके मनुख किवें नच रहा है, माया के मोह विच फसिया होया। कहाउंदा अपने आप नूं मनुख है, अपने आप नूं असीं मानस जन्म कहाउने कि सानूं मानस जन्म मिलिया, पर बने हुए असीं मिट्टी के पुतले। मनुख वो है जिहड़ा उस प्रभु के चरनां नाल जुड़िया होया है। उसनूं मनुख कहा महाराज ने। जिहड़ा उस प्रभु के चरनां नाल जुड़िया होया वो मनुख है। जिहड़ा गुरु के शब्द नाल जुड़िया, गुरु की बाणी नाल जुड़िया, उसनूं मनुख कहा महाराज ने। जिहड़ा गुरु नालों टुटिया होया, रब नालों टुटिया होया, उसनूं मनुख नहीं कहा महाराज। जिन सतगुर पुरख ना सेवियो, शब्द ना कीतो विचार, ओए मानस जून ना आखीए, पशु ढोर गवार। पशु ढोर गवार। कहते मिट्टी के पुतले माया के नचाए हुए नच रहे हैं। हासी आउंदी है कहते इन्हां वल देख के, कैसा नाच नच रहे हैं। भगत कबीर साहब जी का भी एक श्लोक आउंदा है, कबीर माटी के हम पुतरे, मानस राखियो नाम। इस मनुख ने अपने आप नूं मनुखा जन्म कहाउंदा, अपने आप नूं मनुख कहाउंदा कि मैनूं मानस जन्म मिलिया। पर मानस जन्म किन्हां नूं मिलिया? गुर सेवा ते भगत कमाई, तब ये मानस देही पाई। वो मनुख कहा सकते हैं अपने आप नूं मनुख जिहड़े गुरु की सेवा विच लगे हुए हैं।
ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਦਾ ਹੱਕ ਬਣਦਾ। ਉਹ ਕਹਾ ਸਕਦੇ ਆ ਆਪਣੇ ਆਪ ਨੂੰ ਕਿ ਮੈਂ ਮਨੁੱਖ ਹਾਂ। ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗੇ ਹੋਏ, ਜਿਹੜੇ ਸ਼ਬਦ ਦੀ ਕਮਾਈ ਕਰਦੇ ਹਨ, ਭਗਤੀ ਕਰਦੇ ਹਨ, ਰੱਬ ਨਾਲ ਵੀ ਜੁੜੇ ਹੋਏ, ਦਸਾਂ ਨੌਂ ਦੀ ਕਿਰਤ ਵੀ ਕਰਦੇ, ਪਰਿਵਾਰ ਵਿੱਚ ਵੀ ਰਹਿੰਦੇ ਹਨ, ਕੰਮਕਾਰ ਵੀ ਕਰਦੇ ਹਨ, ਪਰ ਪ੍ਰਭੂ ਦੇ ਚਰਨਾਂ ਨਾਲ ਵੀ ਜੁੜੇ ਹੋਏ, ਉਹ ਕਹਾ ਸਕਦੇ ਆਪਣੇ ਆਪ ਨੂੰ ਮਨੁੱਖ। ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਤਾਂ ਹੀ ਤੂੰ ਸਮਝੀ ਕਿ ਮੈਂ ਮਨੁੱਖਾ ਦੇਹੀ ਪ੍ਰਾਪਤ ਕਰ ਲਈ। ਫਿਰ ਤੂੰ ਕਹਾ ਸਕਦਾ ਕਿ ਮੈਂ ਮਨੁੱਖ ਹਾਂ, ਜੇ ਗੁਰੂ ਦੇ ਦੱਸੇ ਹੋਏ ਰਾਸਤੇ 'ਤੇ ਤੁਰੇਗਾ। ਜਿਸ ਨੇ ਤੈਨੂੰ ਪੈਦਾ ਕੀਤਾ ਉਸ ਨਾਲ ਜੁੜੇਗਾ, ਜਿਸ ਦਾ ਦਿੱਤਾ ਖਾ ਰਹੇ ਹਾਂ, ਜਿਸ ਦਾ ਦਿੱਤਾ ਪਹਿਨ ਰਹੇ ਹਾਂ, ਜਿਸ ਨੇ ਤੈਨੂੰ ਕੀਮਤੀ ਸਰੀਰ ਦਿੱਤਾ, ਜੇ ਤੂੰ ਉਹਦੇ ਨਾਲ ਜੁੜੇਗਾ ਨਾ, ਫਿਰ ਤੂੰ ਕਹਾ ਸਕਦਾ ਕਿ ਮੈਂ ਮਨੁੱਖ ਹਾਂ। ਨਹੀਂ, ਬੇਅੰਤ ਜਿਹੜੇ ਲੋਕ ਗੁਰੂ ਨਾਲ ਟੁੱਟੇ ਹੋਏ ਆ, ਉਹ ਮਨੁੱਖ ਦੇ ਸਰੀਰ ਵਿੱਚ ਪਸ਼ੂ ਹੀ ਰਹਿ ਰਹੇ ਆ। ਆ ਤਾਂ ਸਰੀਰ ਹੈ ਜਿਹੜਾ ਇੱਕ ਖੋਲ ਆ, ਇਹਦੇ ਵਿੱਚ ਰਹਿਣ ਵਾਲਾ ਦੇਖਣਾ ਪਸ਼ੂ ਆ ਕੀ ਹੈ, ਜਿਹੜਾ ਸਰੀਰ ਦੇ ਵਿੱਚ ਰਹਿੰਦਾ। ਜਿਵੇਂ ਕਿ ਸੈਂਸਕ੍ਰਿਤੀ ਸ਼ਲੋਕਾਂ ਦੇ ਵਿੱਚ ਆਉਂਦਾ, ਗੁਰ ਮੰਤਰਹੀਣ ਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਨ। ਜਿਸ ਨੇ ਗੁਰੂ ਕੋਲੋਂ ਮੰਤਰ ਨਹੀਂ ਲਿਆ, ਜਿਹੜਾ ਗੁਰੂ ਦੇ ਸ਼ਬਦ ਨਾਲੋਂ ਟੁੱਟਿਆ ਹੋਇਆ, ਜਿਸ ਨੂੰ ਪਤਾ ਹੀ ਨਹੀਂ ਹੈ ਕਿ ਮਨੁੱਖਾ ਜੀਵਨ ਕਾਹਦੇ ਵਾਸਤੇ ਮਿਲਿਆ। ਗੁਰੂ ਕੋਲੋਂ ਮੰਤਰ ਹੀ ਨਹੀਂ ਲਿਆ, ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ। ਕਹਿੰਦੇ ਉਸ ਮਨੁੱਖ ਨੂੰ ਵੀ ਮਨੁੱਖ ਨਾ ਕਹੋ। ਹਾਂ, ਸਰੀਰ ਹੈ ਉਹਦਾ ਮਨੁੱਖਾਂ ਵਾਲਾ, ਦੇਖਣ ਨੂੰ ਬੜਾ ਸੋਹਣਾ ਲੱਗਦਾ ਮਨੁੱਖ, ਬੜੀ ਪਰਸਨੈਲਿਟੀ ਹੈ, ਬੜੀ ਠਾਠ ਬਾਠ ਲੱਗਦਾ ਮਨੁੱਖ ਹੈ, ਪਰ ਗੁਰੂ ਸਾਹਿਬ ਕਹਿੰਦੇ ਮਨੁੱਖ ਨਹੀਂ ਹੈ ਉਹ। ਪਤਾ ਕੀ ਕਹਿੰਦੇ ਗੁਰ ਮੰਤਰਹੀਣ ਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਨ। ਉਹਦਾ ਜਨਮ ਭ੍ਰਿਸ਼ਟਿਆ ਹੋਇਆ ਹੋ, ਤ੍ਰਿਗ ਹੈ ਉਹਦਾ ਜਨਮ, ਫਟਕਾਰਯੋਗ ਹੈ। ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਨੱਚ ਰਿਹਾ, ਮਾਇਆ ਨਚਾ ਰਹੀ ਜਿਸ ਨੂੰ ਰੱਬ ਵਿਸਰਿਆ ਹੋਇਆ, ਤ੍ਰਿਗ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਲੋਕ ਹੈ। ਕਹਿੰਦੇ ਗੁਰ ਮੰਤਰਹੀਣ ਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਨ। ਕੂਕਰ ਹੈ, ਸਰੀਰ ਤਾਂ ਹੈਗਾ ਬੰਦੇ ਦਾ, ਵਿੱਚ ਰਹਿੰਦਾ ਕੁੱਤਾ। ਸਰੀਰ ਹੈ ਜਿਹੜਾ ਉਹ ਮਨੁੱਖ ਵਾਲਾ ਹੀ ਹੈ। ਅੰਦਰ ਜੋ ਬੋਲ ਰਿਹਾ, ਦੇਖ ਰਿਹਾ, ਸੁਣ ਰਿਹਾ, ਖਾ ਰਿਹਾ, ਪੀ ਰਿਹਾ, ਪਹਿਨ ਰਿਹਾ, ਉਹ ਕੁੱਤਾ ਹੈ। ਕਹਿੰਦੇ ਕੂਕਰ ਹੈ, ਕੁੱਤੇ ਵਾਂਗੂ ਭੌਂਕਦਾ, ਕੁੱਤੇ ਵਾਲਾ ਲਾਲਚ ਹੈ। ਫਿਰ ਸੂਕਰ ਹੈ, ਕਹਿੰਦੇ ਕਈਆਂ ਦੇ ਵਿੱਚ ਸੂਰ ਬੈਠਾ ਹੈ। ਦੇਖੋ ਸੁਭਾਅ ਹੈ, ਇਹ ਗੁਰੂ ਮਹਾਰਾਜ ਨੇ ਸੁਭਾਅ ਦੱਸੇ। ਕਈਆਂ ਦਾ ਕੁੱਤੇ ਵਰਗਾ ਸੁਭਾਅ ਹੈ, ਭੌਂਕਣਾ, ਜਾਂ ਲਾਲਚ ਵਿੱਚ ਥਾਂ ਥਾਂ ਮੂੰਹ ਮਾਰਨਾ। ਕੁੱਤੇ ਦਾ ਕੰਮ ਇਹ ਹੁੰਦਾ, ਜੂਠੇ ਭਾਂਡਿਆਂ ਵਿੱਚ ਮੂੰਹ ਮਾਰਨਾ। ਕਈਆਂ ਦਾ ਐਸਾ ਸੁਭਾਅ ਹੈ। ਕਈਆਂ ਦਾ ਸੂਰ ਵਰਗਾ ਸੁਭਾਅ, ਸਭ ਗੰਦਮੰਦ ਖਾ ਜਾਣਾ, ਨਿੰਦਿਆ ਚੁਗਲੀਆਂ ਕਰਨੀਆਂ। ਇਹ ਸੂਰ ਦਾ ਸੁਭਾਅ, ਸੂਰ ਗੰਦ ਨਹੀਂ ਛੱਡਦਾ। ਕੂਕਰ ਹੈ, ਸੂਕਰ ਹੈ, ਗਰਦਵ ਹੈ। ਕਈਆਂ ਦਾ ਗਧੇ ਵਰਗਾ ਸੁਭਾਅ। ਕੂਕਰ ਹੈ, ਸੂਕਰ ਹੈ, ਗਰਦਵ ਹੈ, ਕੱਕ ਹੈ, ਕੌਂ ਵਰਗਾ ਸੁਭਾਅ, ਕਾਂ ਕਾਂ ਕਰਨੀ।
ਕੂਕਰੈ ਸੂਕਰੈ ਗਰਦਵੈ ਕਾਕੈ ਸਰਪ ਨੇ ਸੱਪ ਵਰਗਾ ਸੁਭਾਅ। ਵਿਸ ਘੁਲੀ ਜਾਣੀ, ਡੰਗ ਮਾਰਨਾ ਕਿਸੇ ਦੇ ਪਰਉਪਕਾਰਾਂ ਨੂੰ ਭੁਲਾ ਦੇਣਾ, ਫਿਰ ਵੀ ਉਹਦੇ ਡੰਗੇ ਮਾਰਨਾ। ਜਿੰਨਾ ਮਰਜ਼ੀ ਉਹਦਾ ਕੁਝ ਸਵਾਰ ਲਓ, ਉਹਨੇ ਡੰਗੇ ਮਾਰਨਾ। ਸੱਪ ਵਰਗਾ ਸੁਭਾਅ ਕਈਆਂ। ਕੂਕਰੈ ਸੂਕਰੈ ਗਰਦਵੈ ਕਾਕੈ ਸਰਪ ਨੇ ਤੁਲ ਖਲੈ। ਖਲ ਕਹਿੰਦੇ ਹਨ ਮੂਰਖ, ਪਾਗਲ, ਜਿਹਦਾ ਦਿਮਾਗ ਨਾ ਕੰਮ ਕਰੇ। ਦੇਖੋ ਲੱਗਦਾ ਮਨੁੱਖ ਆ, ਆਪਾਂ ਤਾਂ ਮਨੁੱਖੇ ਕਹੂੰਗੇ ਨਾ, ਮਨੁੱਖ ਨਹੀਂ ਕਿਹਾ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਹਿਬ ਜੀ ਦਾ ਸਲੋਕ ਹੈ, ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। 4 ਦਿਵਸ ਕੇ ਪਹੁਨੇ ਵੱਡ ਵੱਡ ਰੂੰਦੇ ਠਾਓ। ਅਸੀਂ 4 ਦਿਨ ਦੇ ਪ੍ਰਾਹੁਣੇ ਹਾਂ ਇੱਥੇ, ਕਿੰਨਾ ਕੁ ਚਿਰ ਰਹਿਣਾ ਇਸ ਜਗਤ ਉੱਤੇ। ਹੋਰ ਥਾਵਾਂ ਮੱਲ ਰਹੇ ਹਾਂ, ਕਿੰਨੇ ਥਾਵਾਂ ਉੱਤੇ ਕਬਜ਼ਾ ਕੀਤਾ ਹੋਇਆ ਸੀ, ਸਭ ਛੱਡ ਜਾਣੀਆਂ ਆਪਾਂ ਨੇ। ਬੰਦਾ ਲਾਲਚ ਵਿੱਚ ਆ ਕੇ ਦੇਖੋ, ਰਸਤੇ ਵੀ ਰੋਕ ਲੈਂਦਾ, ਸੜਕਾਂ ਵੀ ਰੋਕੀਆਂ ਹੋਈਆਂ ਲੋਕਾਂ ਨੇ ਲਾਲਚ ਵਿੱਚ, ਗਲੀਆਂ ਰੋਕੀਆਂ ਹੋਈਆਂ, ਨਾਲੇ ਛੱਡ ਜਾਣੀਆਂ। ਵੱਡ ਵੱਡ ਰੂੰਦੇ ਠਾਓ। ਕਿਵੇਂ ਥਾਵਾਂ ਮੱਲ ਰਿਹਾ ਬੰਦਾ, ਲਾਲਚ ਵਿੱਚ ਫਸਿਆ ਹੋਇਆ, ਨਾਲੇ ਸਭ ਕੁਝ ਛੱਡ ਜਾਣਾ, ਸਭ ਘਰ-ਬਾਰ ਸਭ ਖਾਲੀ ਕਰ ਜਾਣੇ। ਕਿਉਂ ਮੱਲਦਾ ਹੈ, ਕਿਉਂ ਥਾਵਾਂ ਮੱਲਦਾ, ਕਿਉਂ ਥਾਵਾਂ ਘੇਰਦਾ? ਮਾਇਆ ਨਚਾ ਰਹੀ ਹੈ। ਦੇਖੋ ਮਾਇਆ ਨਚਾ ਰਹੀ ਹੈ। ਭਗਤ ਕਬੀਰ ਸਾਹਿਬ ਜੀ, ਭਗਤ ਰਵਿਦਾਸ ਜੀ ਅੱਜ ਦੇ ਸ਼ਬਦ ਵਿੱਚ ਦੇਖੋ ਕੀ ਕਹਿੰਦੇ ਹਨ। ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਹਾਸੀ ਆਉਂਦੀ, ਕਹਿੰਦੇ ਕਿਵੇਂ ਨੱਚ ਰਿਹਾ, ਕਿਵੇਂ ਮਾਇਆ ਨਚਾ ਰਹੀ ਹੈ ਇਸ ਨੂੰ, ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਕਿਵੇਂ ਨੱਚ ਰਿਹਾ। ਕਹਾਉਂਦਾ ਆਪਣੇ ਆਪ ਨੂੰ ਮਨੁੱਖ ਹੈ ਕਿ ਮੈਂ ਮਨੁੱਖ ਹਾਂ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਸੁਨੈ ਬੋਲੇ ਦੌੜਿਓ ਫਿਰਤ ਹੈ। ਗੁਰੂ ਦਾ ਦਰਸ਼ਨ ਨਹੀਂ ਕਰਨਾ ਚਾਹੁੰਦਾ, ਗੁਰੂ ਨੂੰ ਦੇਖਣਾ ਨਹੀਂ ਚਾਹੁੰਦਾ, ਗੁਰੂ ਦੀ ਸੰਗਤ ਨੂੰ ਦੇਖਣਾ ਨਹੀਂ ਚਾਹੁੰਦਾ, ਮਾਇਆ ਹੀ ਦੇਖਣੀ ਚਾਹੁੰਦਾ, ਰੰਗ ਤਮਾਸ਼ੇ ਦੇਖਣੇ ਚਾਹੁੰਦਾ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਰੰਗ ਤਮਾਸ਼ੇ ਦੇਖ ਦੇਖ ਕੇ ਇਸ ਮਾਟੀ ਦੇ ਪੁਤਲੇ ਦੀਆਂ ਅੱਖਾਂ ਨਹੀਂ ਰੱਜਦੀਆਂ। ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਇਸ ਮਾਟੀ ਦੇ ਪੁਤਲੇ ਦੇ ਕੰਨ ਨਹੀਂ ਰੱਜਦੇ, ਰੋਣੇ ਹਾਸੇ ਸੁਣ ਸੁਣ ਕੇ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਇਸ ਮਾਟੀ ਦੇ ਪੁਤਲੇ ਦਾ ਨੱਕ ਨਹੀਂ ਰੱਜਦਾ, ਕਿੰਨੀਆਂ ਸੁਗੰਧੀਆਂ ਲੈਂਦਾ, ਪਰ ਆਹ ਸੁਗੰਧੀ ਲੈਂਦਾ ਹੀ ਨਹੀਂ ਹੈ ਵਾਹਿਗੁਰੂ ਦੇ ਨਾਮ ਦੀ। ਇਹ ਹੈ ਮਾਟੀ ਦੇ ਪੁਤਲੇ ਦੀ ਕਰਤੂਤ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਸਾਦੀ ਜੀਵਨ ਰੱਜੀਆਂ ਕਰ ਭੋਗ ਬਲਾਸੇ। ਇਸ ਮਾਟੀ ਦੇ ਪੁਤਲੇ ਦੀ ਜੀਭ ਨਹੀਂ ਰੱਜਦੀ, ਕਿਤਨੇ ਸਵਾਦ ਲੈਂਦੀ ਹੈ ਇਹ, ਖੱਟੇ ਮਿੱਠੇ ਕੌੜੇ ਕਸੈਲੇ, ਰੱਜਦੀ ਨਹੀਂ ਹੈ। ਆਹ ਸਵਾਦ ਨਹੀਂ ਲੈਂਦਾ। ਰੱਜੂਗੀ ਤਾਂ ਜੇ ਆਹ ਨਾਮ ਦਾ ਸਵਾਦ ਮਾਣੇਗੀ, ਰੱਜਦੀ ਨਹੀਂ ਹੈ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇਹ ਮਾਟੀ ਦੇ ਪੁਤਲੇ, ਕੋਈ ਵੀ ਮਾਟੀ ਦਾ ਪੁਤਲਾ ਜਿਹੜਾ ਰੱਜ ਨਹੀਂ ਸਕਦਾ, ਜਿਹਨੇ ਝੂਠੀਆਂ ਆਸਾਂ ਬਣਾਈਆਂ ਹੋਈਆਂ। ਗੁਰੂ ਤੇ ਆਸ, ਗੁਰੂ ਤੇ ਵਿਸ਼ਵਾਸ ਨਹੀਂ ਬਣਦਾ। ਪਰ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ।
ਭਗਤ ਕਬੀਰ ਸਾਹਿਬ ਜੀ ਨੇ ਇਸੇ ਕਰਕੇ ਕਿਹਾ ਮਾਟੀ ਕੇ ਹਮ ਪੁਤਲੇ, ਕਿਉਂਕਿ ਮਨੁੱਖ ਆਪਣੇ ਅੰਦਰ ਜੋ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ ਉਸ ਨੂੰ ਪਛਾਣਦਾ ਨਹੀਂ ਹੈ। ਮਨੁੱਖ ਉਹ ਆ ਜਿਹੜਾ ਆਪਣੇ ਅੰਦਰ ਉਹਦੀ ਜੋਤ ਨੂੰ ਪਛਾਣਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣਨਾ ਸੀ। ਆਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਨਾ ਆਪਣੇ ਮੂਲ ਦਾ ਅਰਥ ਹੁੰਦਾ ਆਪਣਾ ਅਸਲਾ, ਸਾਡਾ ਅਸਲਾ ਰੱਬ ਹੈ, ਰੱਬ ਨੂੰ ਪਛਾਣਨਾ ਸੀ। ਉਹਦੇ ਗੁਣ ਇਕੱਠੇ ਕਰਨੇ ਸਨ, ਰੱਬ ਦੇ ਗੁਣ ਇਕੱਠੇ ਕਰਨੇ ਸਨ ਗੁਰੂ ਦੇ ਸ਼ਬਦ ਰਾਹੀਂ। ਪਰ ਇਕੱਠਾ ਕੀ ਕਰ ਰਿਹਾ? ਮਿੱਟੀ ਇਕੱਠੀ ਕਰ ਰਿਹਾ। ਆ ਜੋ ਕੁਝ ਵੀ ਆਪਾਂ ਨੇ ਇਕੱਠਾ ਕੀਤਾ ਨਾ ਘਰ ਦੇ ਵਿੱਚ ਪਿਆ ਸਮਾਨ ਸਭ ਮਿੱਟੀ ਹੈ। ਸਰੀਰ ਵੀ ਮਿੱਟੀ ਹੈ, ਹਰ ਚੀਜ਼ ਮਿੱਟੀ ਹੈ। ਮਿੱਟੀ ਉਹ ਇਕੱਠੀ ਕਰੀ ਜਾਂਦਾ, ਮਿੱਟੀ ਨਾਲੇ ਪਿਆਰ ਇਹਦਾ ਅਖੀਰ ਨੂੰ ਮਿੱਟੀ ਵਿੱਚ ਰੁਲ ਜਾਂਦਾ, ਮਿੱਟੀ ਵਿੱਚ ਮਿਲ ਜਾਂਦਾ। ਸਰੀਰ ਮਿੱਟੀ ਵਿੱਚ ਮਿਲ ਜਾਂਦਾ, ਆਤਮਾ ਫੇਰ ਮਿੱਟੀ ਵਿੱਚ ਘੁੰਮਦੀ ਹੈ, ਮੁੜ ਕੇ ਫੇਰ ਮਿੱਟੀ ਦਾ ਸਰੀਰ ਮਿਲ ਜਾਂਦਾ। ਸਰੀਰ ਸਾਰੇ ਮਿੱਟੀ ਦੇ ਹੀ ਹੈ, ਮਿੱਟੀ ਵਿੱਚ ਮਿਲ ਜਾਂਦੇ। ਆਤਮਾ ਫੇਰ ਮਿੱਟੀ ਵਿੱਚ ਰੁਲਦੀ ਹੈ, 84 ਲੱਖ ਜੂਨੀਆਂ 'ਚ ਭਟਕਦੀ ਹੈ, ਫੇਰ ਨੱਚਦੀ ਹੈ। ਇਸ ਕਰਕੇ ਦੇਖੋ ਗੁਰੂ ਦੀ ਬਾਣੀ ਦੇ ਵਿੱਚ ਜੋ ਗਿਆਨ ਹੈ ਨਾ, ਸ਼ਬਦ ਤਾਂ ਇੱਕ ਭਾਂਡਾ ਹੈ, ਸ਼ਬਦ ਇੱਕ ਭਾਂਡਾ ਜਿਹੜਾ ਆਪਾਂ ਸ਼ਬਦ ਪੜ੍ਹ ਲਿਆ ਭਾਂਡਾ। ਇਸ ਸ਼ਬਦ ਦੀ ਜਿਹੜੀ ਵਿਚਾਰ ਹੈ ਇਹ ਵਸਤੂ ਹੈ ਸਾਡੇ ਕੰਮ ਆਉਣ ਵਾਲੀ। ਇਸ ਭਾਂਡੇ ਦੇ ਵਿੱਚੋਂ ਆਪਾਂ ਆਹ ਵਸਤੂ ਕੱਢ ਰਹੇ ਹਾਂ, ਨਾਮ ਰੂਪੀ ਵਸਤੂ। ਨਾਮ ਦੀ ਵਸਤੂ ਕੱਢਣੀ ਹੁੰਦੀ ਸ਼ਬਦ ਵਿੱਚੋਂ। ਇੱਕ ਤਾਂ ਆਪਾਂ ਸ਼ਬਦ ਪੜ੍ਹ ਲਿਆ ਨਾ, ਇੱਕ ਵਾਰੀ ਸ਼ਬਦ ਪੜ੍ਹ ਲਿਆ, ਇਹ ਤਾਂ ਇੱਕ ਸ਼ਬਦ ਇੱਕ ਭਾਂਡਾ। ਭਾਂਡੇ ਵਿੱਚੋਂ ਕੱਢੋ ਵੀ ਕੁਛ ਨਾ, ਗੁਰੂ ਦੀ ਬਾਣੀ ਹੈ, ਬਾਣੀ ਦੇ ਵਿੱਚੋਂ ਆਪਾਂ ਕੱਢ ਰਹੇ ਹਾਂ ਅੰਮ੍ਰਿਤ। ਅੰਮ੍ਰਿਤ ਕੱਢ ਕੇ ਇੱਦਾਂ ਪੀਣਾ ਹੁੰਦਾ, ਭਾਵ ਗੁਰੂ ਦੇ ਸ਼ਬਦ ਨੂੰ ਸਮਝਣਾ ਹੁੰਦਾ। ਜਿਉਂ ਜਿਉਂ ਅਸੀਂ ਗੁਰੂ ਦੇ ਸ਼ਬਦ ਨੂੰ ਵਿਚਾਰਾਂਗੇ ਇਹਦਾ ਆਨੰਦ ਆਉਣਾ ਸਾਨੂੰ। ਸ਼ਬਦ ਤਾਂ 3 ਮਿੰਟ 'ਚ ਪੜ੍ਹ ਦਿੰਦਾ ਬੰਦਾ, 1 ਮਿੰਟ 'ਚ ਪੜ੍ਹ ਦਿੰਦਾ। ਇਹਦੀ ਵਿਚਾਰ ਆ ਜਿਹੜਾ, ਇਹਦੀ ਵਿਚਾਰ ਆ ਨਾ, ਇਹ ਅੰਮ੍ਰਿਤ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਮਾਇਆ ਹੀ ਦੇਖਣੀ ਚਾਹੁੰਦਾ, ਮਾਇਆ ਦੇ ਕੌਤਕ ਦੇਖਣੇ ਚਾਹੁੰਦਾ, ਰੰਗ ਤਮਾਸ਼ੇ ਦੇਖਣੇ ਚਾਹੁੰਦਾ, ਧਨ ਦੌਲਤ ਦੇਖਣੀ ਚਾਹੁੰਦਾ। ਦੇਖੈ ਦੇਖੈ ਸੁਣੇ, ਮਾਇਆ ਦੀਆਂ ਹੀ ਗੱਲਾਂ ਸੁਣਨੀਆਂ ਚਾਹੁੰਦਾ। ਆ ਹੁਣ ਰੱਬ ਦੇ ਨਾਲ ਮਿਲਾਪ ਕਰਨ ਦੀਆਂ ਜੁਗਤੀਆਂ ਗੁਰੂ ਦੱਸਦਾ, ਕਿੰਨੇ ਕੁ ਸੁਣਦੇ ਹਾਂ ਆਪਾਂ। ਪਰ ਜੇ ਇੱਥੇ ਇਕੱਠ ਕਰਨਾ ਹੋਵੇ, ਕਹਿ ਦਿਓ ਵੀ ਆਓ ਮਾਇਆ ਕਮਾਉਣੀ ਸਿਖਾਈਏ, ਇਕੱਠੇ ਹੋ ਜਾਣਗੇ ਸਾਰੇ। ਮਾਇਆ ਦੀਆਂ ਗੱਲਾਂ ਸੁਣਨੀਆਂ ਚਾਹੁੰਦਾ, ਮਾਇਆ ਦੀਆਂ ਗੱਲਾਂ ਸੁਣਾਈ ਜਾਓ, ਜਿੰਨੀਆਂ ਮਰਜ਼ੀ ਸੁਣਾਈ ਜਾਓ, ਬੰਦਾ ਥੱਕੇਗਾ ਨਹੀਂ। ਦੱਸੇ ਉਸ ਨੂੰ ਵੀ ਮਾਇਆ ਇੰਨੀ ਦੁੱਗਣੀ ਹੁੰਦੀ ਹੈ, ਇੱਦਾਂ ਕਰ, ਆਹ ਕਾਰੋਬਾਰ ਸ਼ੁਰੂ ਕਰ, ਇੱਦਾਂ ਫਿਰ ਦੁੱਗਣੀ ਹੋ ਜੂਗੀ, ਕਰੋੜਾਂਪਤੀ ਬਣ ਜਾਏਗਾ, ਲੱਖਾਂਪਤੀ ਬਣ ਜਾਏਗਾ। ਬਹੁਤ ਬੰਦਾ ਕੰਨ ਚੱਕ ਕੇ ਸੁਣੇਗਾ ਵੀ ਮਾਇਆ ਕਿਵੇਂ ਵੱਧਦੀ ਹੈ, ਧਨ ਦੌਲਤ ਕਿਵੇਂ ਵੱਧਦਾ, ਕਿਵੇਂ ਬੰਦਾ ਅਮੀਰ ਹੁੰਦਾ, ਕਿਵੇਂ ਬੰਦਾ ਧਨਾੜ ਹੁੰਦਾ। ਜੇ ਕੋਈ ਇੱਦਾਂ ਦੱਸਣ ਲੱਗ ਜਾਵੇ ਨਾ, ਬੰਦਾ ਬਹੁਤ ਬਹੁਤ ਗੌਰ ਨਾਲ ਸੁਣਦਾ। ਪਰ ਉਹ ਅਮੀਰੀ ਬਾਹਰਲੀ ਆ ਵੀ ਗੁਰੂ ਸਾਹਿਬ ਜੋ ਦੱਸ ਰਹੇ, ਇਹ ਵੀ ਅਮੀਰ ਬਣਨ ਦੀ ਉਹ ਜੁਗਤੀ ਦੱਸ ਰਹੇ ਆ। ਜੋ ਬੰਦਾ ਗੁਰੂ ਦੇ ਸ਼ਬਦ ਨਾਲ ਜੁੜਦਾ, ਗੁਰੂ ਦੀ ਬਾਣੀ ਨਾਲ ਜੁੜਦਾ, ਗੁਰੂ ਦੀਆਂ ਗੱਲਾਂ ਸੁਣਦਾ, ਉਹ ਅੰਦਰੋਂ ਅਮੀਰ ਹੋ ਜਾਂਦਾ। ਭਗਤ ਰਵਿਦਾਸ ਜੀ ਜਿਤਨੇ ਵੀ ਭਗਤ ਮਹਾਂਪੁਰਸ਼ ਹੋਏ ਆ, ਅੰਦਰੋਂ ਅਮੀਰ ਹਨ, ਬਾਹਰੋਂ ਗਰੀਬ। ਝੌਂਪੜੀਆਂ ਵਿੱਚ ਟਾਈਮ ਕੱਟ ਗਏ, ਝੁੰਗੀਆਂ ਵਿੱਚ ਟਾਈਮ ਕੱਟ ਗਏ, ਰੁੱਖੀ ਮਿੱਸੀ ਖਾ ਕੇ, ਪਾਟੇ ਹੋਏ ਕੱਪੜਿਆਂ ਦੇ ਵਿੱਚ ਜ਼ਿੰਦਗੀ ਕੱਟ ਗਏ, ਪਰ ਅੰਦਰੋਂ ਅਮੀਰ ਹੈ। ਅੰਦਰਲੀ ਅਮੀਰੀ ਸਦਾ ਕਾਇਮ ਰਹਿੰਦੀ ਹੈ, ਬਾਹਰਲੀ ਅਮੀਰੀ ਬਦਲਦੀ ਰਹਿੰਦੀ ਹੈ। ਕਦੇ ਬੰਦਾ ਗਰੀਬ ਹੋ ਗਿਆ, ਕਦੇ ਅਮੀਰ ਹੋ ਗਿਆ। ਜਿਹੜੇ ਅੱਜ ਬੜੇ ਧਨਾੜ ਹਨ, ਸਮਾਂ ਬਦਲ ਜਾਣਾ, ਮੁੜ ਕੇ ਫਿਰ ਕੰਗਾਲੀ ਉਹਨਾਂ ਦੇ ਘਰਾਂ ਵਿੱਚ ਆ ਜਾਣੀ। ਜਿਹੜੇ ਅੱਜ ਕੰਗਾਲ ਹਨ, ਮੁੜ ਕੇ ਫਿਰ ਅਮੀਰ ਬਣ ਜਾਣੇ, ਕਿਉਂਕਿ ਇਹ ਤਾਂ ਖੇਡ ਆ ਮਹਾਰਾਜ ਦੀ।
ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਮਹਾਰਾਜ ਦੀ ਬਾਣੀ ਹੈ। ਕਦੇ ਮਾਇਆ ਆ ਜਾਂਦੀ ਹੈ, ਕੋਈ ਇੱਕੋ ਐਸਾ ਜੰਮਦਾ ਮਾਇਆ ਇਕੱਠੀ ਕਰ ਦਿੰਦਾ, ਘਰ ਦੇ ਵਿੱਚ ਇੱਕੋ ਪੈਦਾ ਹੁੰਦਾ, ਸਭ ਕੁਝ ਲਾ ਦਿੰਦਾ ਲੇਖੇ। ਇੱਕੋ ਜੰਮਦਾ, ਇੱਕੋ ਪੈਦਾ ਕਰਦਾ ਰੱਬ, ਸਭ ਕੁਝ ਖਤਮ ਕਰ ਦਿੰਦਾ। ਪਰ ਆਹ ਜਿਹੜਾ ਧਨ ਹੈ, ਨਾਮ ਦਾ ਧਨ, ਜਿਹੜਾ ਗੁਰੂ ਕੋਲੋਂ ਪ੍ਰਾਪਤ ਹੋਣਾ, ਇਹ ਖਤਮ ਨਹੀਂ ਹੋਣਾ ਹੈ, ਇਹ ਵੱਧਦਾ ਹੀ ਜਾਣਾ। ਪਰ ਬੰਦਾ ਇਹ ਸੁਣਨੀ ਨਹੀਂ ਚਾਹੁੰਦਾ, ਗੁਰੂ ਦੀਆਂ ਗੱਲਾਂ ਸੁਣਨੀਆਂ ਨਹੀਂ ਚਾਹੁੰਦਾ। ਭਗਤ ਰਵਿਦਾਸ ਜੀ ਕਹਿੰਦੇ ਦੇਖੋ ਕਿਵੇਂ ਨਚਾ ਰਹੀ ਹੈ ਮਾਇਆ। ਦੇਖੈ ਦੇਖੈ ਸੁਣੈ, ਦੇਖੋ ਇੱਕ ਇੱਕ ਸ਼ਬਦ ਦੇ ਵਿੱਚ ਬਹੁਤ ਕੁਝ ਕਹਿ ਗਏ ਭਗਤ ਰਵਿਦਾਸ ਜੀ। ਦੇਖੈ ਦੇਖੈ ਇਹਦੀ ਵਿਚਾਰ ਭਾਵ ਮਾਇਆ ਹੀ ਦੇਖਣੀ ਚਾਹੁੰਦਾ। ਸੁਣੈ ਮਾਇਆ ਦੀਆਂ ਗੱਲਾਂ ਹੀ ਸੁਣਨੀਆਂ ਚਾਹੁੰਦਾ। ਬੋਲੇ ਮਾਇਆ ਦੀਆਂ ਗੱਲਾਂ ਕਰੂਗਾ ਜਿੱਥੇ ਵੀ ਕਰੇਗਾ। ਹੁਣ ਆਪਾਂ ਜਿੱਥੇ ਬਾਹਰ ਜਾਓਗੇ ਮਾਇਆ ਦੀਆਂ ਗੱਲਾਂ ਛਿੜਨੀਆਂ। ਬਾਹਰ ਤਾਂ ਨਹੀਂ ਕੋਈ ਆਪਾਂ ਰੱਬ ਦੀ ਗੱਲ ਕਰਦੇ, ਮਾਇਆ ਦੀਆਂ ਗੱਲਾਂ ਛੇੜਨੀਆਂ। ਹੋਰ ਗੱਲਾਂ ਸਾਰੀਆਂ ਮਾਇਆ ਦੀਆਂ ਹੀ ਆ। ਕਹਿੰਦੇ ਦੇਖੈ ਦੇਖੈ ਸੁਣੇ ਬੋਲੇ ਦੌੜਿਓ ਫਿਰਦਾ ਹੈ। ਬਸ ਮਾਇਆ ਦਾ ਨਚਾਇਆ ਹੋਇਆ ਸਭ ਪਾਸੇ ਭੱਜਿਆ ਫਿਰਦਾ ਹੈ। ਕਿੱਧਰੋਂ ਮਾਇਆ ਦਿਖਦੀ ਹੈ, ਕਿੱਧਰੋਂ ਮਾਇਆ ਦੀਆਂ ਗੱਲਾਂ ਸੁਣਾ, ਕਿਹਨੂੰ ਮਾਇਆ ਦੀਆਂ ਗੱਲਾਂ ਦੱਸਾਂ, ਭੱਜਿਆ ਫਿਰਦਾ ਬੰਦਾ। ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੇ ਬੋਲੇ ਦੌੜਿਓ ਫਿਰਤ ਹੈ ਰਹੋ। ਫਿਰ ਕਹਿੰਦੇ ਜਬ ਕਛ ਪਾਵਤ ਤਬ ਗਰਵ ਕਰਤਾ ਹੈ। ਜਦੋਂ ਕੁਝ ਆ ਗਿਆ ਹੱਥ ਵਿੱਚ, ਮਾਇਆ ਆ ਗਈ, ਫਿਰ ਹੰਕਾਰ ਕਰਦਾ। ਕਿਉਂਕਿ ਪਤਾ ਨਹੀਂ ਕਿੱਥੋਂ ਆਈ ਮਾਇਆ। ਸੋਚਦਾ ਤਾਂ ਇਹ ਹੈ ਕਿ ਮੇਰੀ ਮਿਹਨਤ ਹੈ, ਮੇਰੀ ਚਲਾਕੀ ਹੈ, ਮੇਰੀ ਹਿੰਮਤ ਹੈ, ਇਹੀ ਸੋਚਦਾ ਨਾ। ਮਾਇਆ ਗੁਰਮੁਖ ਕੋਲ ਵੀ ਆਉਂਦੀ ਹੈ। ਗੁਰਮੁਖ ਕੋਲ ਕਿਹੜਾ ਨਹੀਂ ਆਉਂਦੀ? ਜਿਹੜਾ ਰੱਬ ਨਾਲ ਜੁੜਿਆ ਹੋਇਆ ਮਾਇਆ ਉਹਦੇ ਕੋਲ ਵੀ ਆਉਂਦੀ ਹੈ। ਪਰ ਉਹ ਹੰਕਾਰ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਮੇਰੀ ਮਿਹਨਤ ਨਹੀਂ ਹੈ, ਮੇਰਾ ਉਦਮ ਨਹੀਂ ਹੈ। ਉਸਨੂੰ ਪਤਾ ਕਿ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ। ਹੇ ਪ੍ਰਭੂ, ਅੱਜ ਜੋ ਕੁਝ ਵੀ ਤੈਂ ਮੈਨੂੰ ਦਿੱਤਾ ਤੇਰੀ ਮਿਹਰ ਹੈ। ਮਾਇਆ ਤਾਂ ਗੁਰਮੁਖ ਕੋਲ ਵੀ ਆਉਂਦੀ ਹੈ, ਪਰ ਉਹ ਸੁਚੇਤ ਰਹਿੰਦਾ, ਨੱਚਦਾ ਨਹੀਂ ਹੈ, ਹੰਕਾਰ ਨਹੀਂ ਕਰਦਾ। ਮਾਇਆ ਦਾ ਨਚਾਇਆ ਹੋਇਆ ਨੱਚਦਾ ਨਹੀਂ ਗੁਰਮੁਖ। ਇਹ ਨਹੀਂ ਕਿ ਗੁਰਮੁਖ ਕੋਲ ਕੁਛ ਹੈ ਉਹ ਨਹੀਂ। ਗੁਰਮੁਖਾਂ ਨੇ ਰਾਜ ਵੀ ਕਰਿਆ, ਪਰ ਹੰਕਾਰ ਨਹੀਂ ਆਉਣ ਦਿੱਤਾ। ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਦੇਖ ਲਓ, ਬਹੁਤ ਸਾਰੇ ਐਸੇ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਬੜੇ ਧਰਮੀ ਰਾਜੇ ਵੀ ਹੋਏ ਹਨ। ਪਰ ਸਾਡੇ ਕੋਲ ਤਾਂ ਛੋਟਾ ਜਿਹਾ ਰੁਤਬਾ ਹੋ ਜਾਵੇ, ਆ ਜਾਵੇ, ਥੋੜ੍ਹੀ ਜਿਹੀ ਪਦਵੀ ਸਾਨੂੰ ਮਿਲ ਜਾਵੇ, ਅਸੀਂ ਤਾਂ ਹੋਰ ਦੇ ਹੋਰੇ ਹੋ ਜਾਂਦੇ ਹਾਂ। ਬੰਦਾ ਪਛਾਣਦਾ ਹੀ ਨਹੀਂ ਹੈ ਕਿਸੇ ਨੂੰ ਕਿ ਮੇਰੇ ਵਰਗਾ ਕੋਈ ਹੈ ਉਹ ਨਹੀਂ। ਇਹ ਹੈ ਜਿਸ ਨੂੰ ਮਾਇਆ ਨਚਾਉਂਦੀ ਹੈ, ਭਾਵ ਮਾਇਆ ਨਚਾ ਰਹੀ ਹੈ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਹਨ, ਜਬ ਕਛ ਪਾਵੈ ਤਬ ਗਰਵ ਕਰਤ ਹੈ। ਜਦੋਂ ਕੁਝ ਆ ਗਿਆ ਫਿਰ ਹੰਕਾਰੀ ਬਣ ਜਾਂਦਾ। ਮੇਰੇ ਵਰਗਾ ਕੋਈ ਨਹੀਂ ਹੈ। ਮਾਇਆ ਗਈ ਤਬ ਰੋਵਨ ਲਗਤ ਹੈ। ਪਰ ਜਦੋਂ ਐਸੇ ਹੰਕਾਰੀ ਦੇ ਕੋਲ ਜਿੱਦਣ ਮਾਇਆ ਚਲੇ ਜਾਏਗੀ ਨਾ, ਹਾਰਟ ਅਟੈਕ ਫਿਰ ਇਹ ਜਿਹਨੂੰ ਹੁੰਦਾ, ਮਰਦਾ ਵੀ ਉਹੀ ਹੈ। ਰੋਂਦਾ ਫਿਰ ਪਿੱਟਦਾ, ਕੰਧਾਂ ਨਾਲ ਟੱਕਰਾਂ ਮਾਰਦਾ। ਜਿਹੜਾ ਮਾਇਆ ਦੇ ਮੋਹ ਵਿੱਚ ਨੱਚਣ ਵਾਲਾ ਨਾ, ਜਿਸ ਨੂੰ ਮਾਇਆ ਨਚਾਉਂਦੀ ਹੈ ਨਾ, ਜਦੋਂ ਮਾਇਆ ਉਹਦੇ ਕੋਲੋਂ ਜਾਂਦੀ ਹੈ ਫਿਰ ਅਪਸੈਟ ਹੋ ਜਾਂਦਾ, ਉਹ ਪਾਗਲ ਹੋ ਜਾਂਦਾ, ਮਰ ਜਾਂਦਾ। ਬਹੁਤ ਬੁਰੀ ਹਾਲਤ ਹੁੰਦੀ ਹੈ। ਗੁਰੂ ਦੀ ਬਾਣੀ ਐਸੀ ਹੈ, ਜੋ ਮਨੁੱਖ ਗੁਰੂ ਦੀ ਬਾਣੀ ਨਾਲ ਜੁੜਦਾ ਨਾ, ਤਾਂ ਉਹ ਗਰੀਬੀ ਵਿੱਚ ਵੀ, ਅਮੀਰੀ ਵਿੱਚ ਵੀ, ਦੁੱਖ ਵਿੱਚ ਵੀ, ਸੁੱਖ ਵਿੱਚ ਵੀ, ਇੱਜ਼ਤ ਵਿੱਚ ਵੀ, ਬੇਇੱਜ਼ਤੀ ਵਿੱਚ ਵੀ ਇੱਕੋ ਜਿਹਾ ਰਹਿੰਦਾ, ਪਰਵਾਹ ਨਹੀਂ ਕਰਦਾ। ਕਿਉਂਕਿ ਉਸਨੂੰ ਰੱਬ ਉੱਤੇ ਹੀ ਮਾਣ ਹੁੰਦਾ, ਗੁਰੂ 'ਤੇ ਮਾਣ ਕਰਦਾ, ਰੱਬ ਦੀ ਯਾਦ ਵਿੱਚ ਜੁੜਿਆ ਰਹਿੰਦਾ, ਪਰਵਾਹ ਨਹੀਂ ਕਰਦਾ ਭਾਵੇਂ ਲੋਕ ਉਸ ਨੂੰ ਕੁਝ ਵੀ ਕਹੀ ਜਾਣ।
ਇਹਨੂੰ ਕਹਿੰਦੇ ਆਤਮਿਕ ਅਡੋਲਤਾ। ਉਹ ਮਾਇਆ ਦਾ ਨਚਾਇਆ ਹੋਇਆ ਨੱਚਦਾ ਨਹੀਂ ਹੈ। ਹੁਣ ਅੱਗੇ ਕਹਿੰਦੇ ਹਨ, ਮਨ ਬਚ ਕਰਮ ਰਸ ਕਸੈ ਲੁਭਾਨਾ। ਇਹ ਜਿਹੜਾ ਮਾਟੀ ਦਾ ਪੁਤਲਾ ਹੈ, ਜਿਸ ਨੂੰ ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਨੱਚਦਾ ਨਾ, ਉਹ ਆਪਣੇ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ, ਰਸਾਂ ਕਸਾਂ ਦੇ ਵਿੱਚ, ਭਾਵ ਚਸਕਿਆਂ ਦੇ ਵਿੱਚ ਹੀ ਫਸਿਆ ਰਹਿੰਦਾ। ਚਸਕੇ, ਰਸ ਕਸ ਦਾ ਮਤਲਬ ਹੁੰਦਾ ਚਸਕੇ। ਸਾਨੂੰ ਦੇਖਣ ਦਾ ਚਸਕਾ, ਚਸਕੇ ਦੇਖਣ ਦੇ ਹੁੰਦੇ, ਆਹ ਵੀ ਦੇਖੀਏ, ਆਹ ਵੀ ਦੇਖੀਏ, ਚਸਕਾ ਹੈ। ਸੁਣਨ ਦਾ ਚਸਕਾ, ਕਿੰਨਾ ਕੁ ਸੁਣਦੇ। ਬੰਦੇ ਦੇ ਹੱਥ ਵਿੱਚ ਮੋਬਾਇਲ ਹੁੰਦਾ, ਐਂ ਦੱਬੀ ਜਾਂਦਾ ਮੋਬਾਇਲ। ਕਿਹਾ ਉਹ ਟੈਲੀਵਿਜ਼ਨ ਦੇਖਦੇ ਆਪਾਂ, ਰਿਮੋਟ ਦੱਬੀ ਜਾਂਦਾ, ਉਹ ਵੀ ਚੈਨਲ ਕਦੇ ਲੰਘ ਨਾ ਜਾਵੇ, ਉਹ ਵੀ ਸੀਨ ਨਾ ਲੰਘ ਨਾ ਜਾਵੇ। ਦੇਖਣ ਦੇ ਚਸਕੇ, ਆਹ ਵੀ ਦੇਖਣਾ, ਆਹ ਵੀ ਦੇਖਣਾ, ਆਹ ਵੀ ਦੇਖਣਾ, ਆਹ ਵੀ ਸੁਣਨਾ, ਆਹ ਵੀ ਸੁਣਨਾ, ਆਹ ਵੀ ਸੁਣਨਾ। ਬੰਦਾ ਕਿੰਨਾ ਕੁਝ ਸੁਣਦਾ, ਕਿੰਨਾ ਕੁਝ ਦੇਖਦਾ, ਚਸਕੇ ਹੈ। ਜਿਸ ਨੂੰ ਮਾਇਆ ਨਚਾਉਂਦੀ ਹੈ ਨਾ, ਉਹਦੇ ਅੰਦਰ ਇਹ ਚਸਕੇ ਬਣੇ ਰਹਿੰਦੇ। ਦੇਖਣ ਦਾ ਵੀ ਚਸਕਾ, ਉਹ ਵੀ ਦੇਖਣਾ, ਉਹ ਵੀ ਦੇਖਣਾ, ਉਹ ਵੀ ਦੇਖਣਾ। ਸੁਣਨ ਦਾ ਚਸਕਾ, ਉਹ ਵੀ ਸੁਣਨਾ, ਆਹ ਵੀ ਸੁਣਨਾ, ਆਹ ਵੀ ਸੁਣਨਾ। ਬੜੇ ਬੜਾ ਕੁਝ ਸੁਣਦੇ ਹਾਂ ਆਪਾਂ, ਸੁਣ ਕੇ ਰੱਜਦਾ ਨਹੀਂ ਬੰਦਾ। ਇਹ ਚਸਕੇ ਆ, ਇਹਨਾਂ ਚਸਕਿਆਂ ਵਿੱਚ ਫਸਿਆ ਰਹਿੰਦਾ ਹੈ। ਆਪਣੇ ਮਨ ਵਿੱਚ ਚਸਕੇ ਹੀ ਬਣਾਈ ਜਾਂਦਾ। ਮਨ ਬਚਨਾ ਕਰਕੇ, ਬੋਲਣ ਦਾ ਵੀ ਚਸਕਾ। ਰਸ ਕਸੈ ਲੁਭਾਨਾ। ਕਹਿੰਦੇ ਫਿਰ ਵਿਣਸ ਗਿਆ ਜਾਏ ਕਹੂੰ ਸਮਾਨਾ। ਜਦੋਂ ਇਹ ਮਿੱਟੀ ਦਾ ਪੁਤਲਾ ਨਾਸ ਹੁੰਦਾ ਨਾ, ਹੁਣ ਇਹ ਮਿੱਟੀ ਦਾ ਪੁਤਲਾ ਹੈ ਸਰੀਰ, ਇਹਨੇ ਮਿੱਟੀ 'ਚ ਮਿਲ ਜਾਣਾ। ਜਿਹੜਾ ਆਤਮਾ ਫਿਰ ਕਿੱਥੇ ਜਾਊਗਾ? ਉਹ ਆਤਮਾ ਨੂੰ ਤਾਂ ਨਾਸ ਨਹੀਂ ਹੋਣਾ। ਆਤਮਾ ਨਾਸ ਨਹੀਂ ਹੁੰਦੀ, ਸਰੀਰੇ ਨਾਸ ਹੁੰਦਾ। ਆਤਮਾ ਫਿਰ ਕਿੱਥੇ ਜਾਏਗੀ? ਆਤਮਾ ਉੱਥੇ ਜਾਏਗੀ ਜਿੱਥੇ ਇਹ ਮਰਨ ਲੱਗਿਆ, ਸਰੀਰ ਛੱਡਣ ਲੱਗਿਆ। ਜਿਹੜੇ ਚਸਕੇ ਵਿੱਚ ਹੁੰਦਾ ਹੈ, ਉਹ ਚਸਕਾ ਉਸ ਨੂੰ ਨਵਾਂ ਜਨਮ ਦਵਾ ਦਿੰਦਾ। ਜੇ ਮਰਨ ਲੱਗਿਆ, ਮਾਇਆ ਨੂੰ ਯਾਦ ਕਰੇਗਾ, ਸੱਪ ਦੀ ਜੂਨੀ ਪੈ ਜਾਂਦੀ ਹੈ। ਜੇ ਮਰਨ ਲੱਗਿਆ, ਆਪਣੇ ਪੁੱਤਰਾਂ ਨੂੰ ਯਾਦ ਕਰੇਗਾ, ਸੂਰ ਦੀ ਜੂਨੀ ਮਿਲ ਜਾਣੀ। ਜੇ ਮਰਨ ਲੱਗਿਆ, ਕੋਠੀਆਂ ਨੂੰ ਯਾਦ ਕਰੇਗਾ, ਪ੍ਰੇਤ ਦੀ ਜੂਨੀ ਮਿਲ ਜਾਣੀ। ਜੇ ਮਰਨ ਲੱਗਿਆ, ਯਾਦ ਕਰੇਗਾ ਘਰ ਵਾਲੀ ਨੂੰ, ਘਰ ਵਾਲੇ ਨੂੰ ਵੇਸਵਾ ਦੀ ਜੂਨੀ ਮਿਲ ਜਾਣੀ। ਜੇ ਮਰਨ ਲੱਗਿਆ, ਯਾਦ ਕਰੇਗਾ ਰੱਬ ਨੂੰ, ਤਾਂ ਰੱਬ ਦੇ ਵਿੱਚ ਲੀਨ ਹੋ ਜਾਏਗਾ। ਇਸ ਕਰਕੇ ਗੁਰੂ ਦੀ ਸੰਗਤ ਇਸ ਕਰਕੇ ਕਰਨੀ ਜ਼ਰੂਰੀ ਹੈ ਕਿ ਗੁਰੂ ਦੀ ਸੰਗਤ ਨਾਲ ਜੁੜਿਆ ਰਹੇ, ਤਾਂ ਕਿ ਮਰਨ ਲੱਗਿਆ ਤੈਨੂੰ ਰੱਬ ਹੀ ਯਾਦ ਆਵੇ। ਪਰ ਜਿਹੜੇ ਗੁਰੂ ਨਾਲੋਂ ਟੁੱਟੇ ਹੋਏ ਹਨ, ਉਹਨਾਂ ਨੂੰ ਮਰਨ ਲੱਗਿਆ ਰੱਬ ਨਹੀਂ ਯਾਦ ਆਏਗਾ। ਜਾਂ ਘਰ ਵਾਲੀ ਯਾਦ ਆਏਗੀ, ਜਾਂ ਆਪਣੀਆਂ ਕੋਠੀਆਂ ਯਾਦ ਆਉਣਗੀਆਂ, ਮਾਇਆ ਯਾਦ ਆਏਗੀ, ਪੁੱਤਰ ਯਾਦ ਆਉਣਗੇ। ਫਿਰ ਜਿਹਨਾਂ ਦੇ ਨਾਲ ਚਿੱਤ ਜੋੜਿਆ ਉਹੀ ਯਾਦ ਆਉਣਗੇ ਨਾ ਅਖੀਰ ਨੂੰ। ਹੁਣ ਗੁਰੂ ਮਹਾਰਾਜ ਇਹੀ ਕਹਿੰਦੇ ਵਿਣਸ ਗਿਆ ਜਾਏ ਕਹੂੰ ਸਮਾਨਾ। ਜਦੋਂ ਇਹ ਮਿੱਟੀ ਦਾ ਪੁਤਲਾ ਨਾਸ ਹੋ ਗਿਆ, ਤਾਂ ਜੀਵ ਆਤਮਾ ਰੱਬ ਕੋਲ ਪਹੁੰਚਣ ਦੀ ਥਾਂ ਕਿਤੇ ਹੋਰ ਥਾਂ ਹੀ ਡਿੱਗੇਗਾ। ਪਤਾ ਨਹੀਂ ਕਿਹੜੀ ਜੂਨੀ 'ਚ ਗਿਰ ਜਾਣਾ, ਕਿਹੜੇ ਸਰੀਰ ਵਿੱਚ ਆ ਪਹੁੰਚਣਾ। ਹੁਣ ਆਖਰੀ ਪੰਕਤੀ ਹੈ, ਕਹਿੰਦੇ ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀਗਰ ਸਿਓ ਮੋਹੇ ਪ੍ਰੀਤ ਬਣ ਆਈ। ਰਵਿਦਾਸ ਜੀ ਕਹਿੰਦੇ ਹਨ, ਹੇ ਭਾਈ, ਇਹ ਸਾਰੀ ਖੇਡ ਜਗਤ ਦੀ ਇੱਕ ਖੇਡ ਹੈ। ਆ ਸਾਰੀ ਖੇਡ ਦੇਖਦੇ ਆਪਾਂ, ਰੱਬ ਇੱਕ ਬਾਜੀਗਰ ਹੈ। ਸਭ ਬਾਜੀਗਰ ਨੇ ਆ ਖੇਡ ਰਚੀ ਹੋਈ ਹੈ। ਪਰ ਕਹਿੰਦੇ ਮੈਂ ਇਹ ਖੇਡਾਂ ਕਰਾਉਣ ਵਾਲਾ, ਨਚਾਉਣ ਵਾਲਾ ਸਾਰੇ ਜਗਤ ਨੂੰ ਜਿਹੜਾ ਬਾਜੀਗਰ ਹੈ, ਮੈਂ ਤਾਂ ਉਹਦੇ ਨਾਲ ਹੀ ਪਿਆਰ ਪਾ ਲਿਆ। ਬਾਜੀਗਰ ਨਾਲ ਪਿਆਰ ਪਾਓ। ਕਹਿੰਦੇ ਬਾਜੀਗਰ ਸੋ ਮੋਹੇ ਪ੍ਰੀਤ ਬਣ ਆਈ। ਮੇਰੀ ਉਸ ਬਾਜੀਗਰ ਦੇ ਨਾਲ ਪ੍ਰੀਤ ਬਣ ਗਈ। ਹੁਣ ਉਹ ਬਾਜੀਗਰ ਜਿਹੜਾ ਹੈ, ਮੈਨੂੰ ਮਾਇਆ ਦੇ ਮੋਹ ਵਿੱਚ ਨੱਚਣ ਨਹੀਂ ਦਿੰਦਾ। ਹੁਣ ਮੇਰੀ ਪ੍ਰੀਤ ਉਸ ਰੱਬ ਨਾਲ ਬਣ ਗਈ, ਜਿਹੜਾ ਬਾਜੀਗਰ, ਜਿਸ ਨੇ ਸਾਰੀ ਇਹ ਜੱਗ ਦੀ ਖੇਡ ਰਚੀ ਹੈ। ਹੁਣ ਮੇਰਾ ਉਹਦੇ ਨਾਲ ਪਿਆਰ ਬਣ ਗਿਆ। ਜਿਹਦਾ ਉਹਦੇ ਨਾਲ ਪਿਆਰ ਬਣ ਗਿਆ, ਫਿਰ ਉਹਦੀ ਆਤਮਾ
ਅਖੀਰ ਨੂੰ ਜਦੋਂ ਸਰੀਰ ਨੇ ਮਿੱਟੀ 'ਚ ਮਿਲਣਾ ਤਾਂ ਉਹਦੀ ਆਤਮਾ ਉਸ ਬਾਜੀਗਰ ਉਸ ਰੱਬ ਦੇ ਵਿੱਚ ਲੀਨ ਹੋ ਜਾਏਗੀ। ਸੋ ਇਹ ਸਮਝਾਉਂਦੇ ਆ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ